ਸਤਿ ਸ਼੍ਰੀ ਅਕਾਲ ਜੀ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਪੰਜਾਬ ਐਬਰੋਡ ਦੇ ਵਿੱਚ। ਸਟੂਡੀਓਜ਼ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਰਾਇਲ ਟਰੈਵਲਸ ਤੋਂ ਸ਼੍ਰੀ ਅਰਵਿੰਦਰ ਸਿੰਘ ਜੀ। ਵੈਲਕਮ ਟੂ ਦਾ ਸ਼ੋ ਸਰ। ਸਤਿ ਸ਼੍ਰੀ ਅਕਾਲ ਸਰ, ਔਰ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਇੰਡੀਅਨਸ ਹਮੇਸ਼ਾ ਤੁਸੀਂ ਦੇਖਦੇ ਹੋ ਚਾਹਵਾਨ ਰਹਿੰਦੇ ਨੇ ਬਾਹਰ ਸੈਟਲ ਹੋਣ ਦੇ, ਬਾਹਰ ਜਾਣਾ ਚਾਹੁੰਦੇ ਨੇ। ਸੋ ਸਾਡੇ ਕੋਲ ਕਈ ਤਰ੍ਹਾਂ ਦੀਆਂ ਕੁਐਰੀਜ਼ ਆਉਂਦੀਆਂ ਨੇ, ਕਈ ਤਰ੍ਹਾਂ ਦੇ ਕੁਐਸਚਨਸ ਆਉਂਦੇ ਨੇ ਅਤੇ ਇਹ ਪੁਆਇੰਟ ਆਇਆ ਹੈ ਅਮਰੀਕਾ ਦੀ ਧਰਤੀ ਤੋਂ। ਤਾਂ ਉਹ ਇਹ ਪੁੱਛਦੇ ਨੇ ਕਿ ਜੇ ਅਸੀਂ ਅਮਰੀਕਾ ਜਾਣਾ ਹੋਵੇ, ਕਿਸੇ ਹੋਰ ਕੰਟਰੀਜ਼ ਬੈਠੇ ਹੋਏ ਹਾਂ, ਤਾਂ ਅਸੀਂ ਅਮਰੀਕਾ ਵਾਸਤੇ ਉੱਥੋਂ ਹੀ ਅਪਲਾਈ ਕਰਾਂਗੇ ਜਾਂ ਭਾਰਤ ਆਉਣਾ ਪਏਗਾ? ਸੰਜੀਵ ਜੀ, ਬੇਸਿਕਲੀ ਤੁਸੀਂ ਜਿਸ ਵੀ ਮੁਲਕ ਤੋਂ ਅਪਲਾਈ ਕਰਨਾ ਹੈ ਉਹਦੇ ਕੁਝ ਬੇਸਿਕ ਨਿਯਮ ਨੇ। ਸੋ ਤੁਸੀਂ ਬਹੁਤ ਸਾਰੇ ਸਾਡੇ ਇੱਥੋਂ ਜਿਹੜੇ ਲੋਕ ਕੰਮਕਾਰ ਕਰਨ ਬਾਹਰ ਜਾਂਦੇ ਆ, ਸਟੂਡੈਂਟਸ ਆ ਬਾਹਰ ਜਾਂਦੇ ਆ। ਸੋ ਬਹੁਤ ਸਾਰੇ ਲੋਕ ਦੁਬਈ 'ਚ ਨੇ, ਮਿਡਲ ਈਸਟ ਵਿੱਚ ਨੇ, ਜਾਂ ਯੂਰਪ ਦੇ ਵਿੱਚ ਨੇ, ਆਸਟ੍ਰੇਲੀਆ 'ਚ ਨੇ। ਸੋ ਤੁਸੀਂ ਜਿਸ ਵੀ ਧਰਤੀ 'ਤੇ ਹੋ, ਤੁਸੀਂ ਉੱਥੋਂ ਅਮਰੀਕਾ ਦਾ ਵੀਜ਼ਾ ਆਸਾਨੀ ਨਾਲ ਲੈ ਸਕਦੇ ਹੋ। ਪਰ ਉਹਦੇ ਲਈ ਕੁਝ ਬੇਸਿਕ ਨਿਯਮ ਆ ਕਿ ਤੁਸੀਂ ਜਦੋਂ ਵੀ ਵੀਜ਼ਾ ਅਪਲਾਈ ਕਰਨਾ, ਜਿਹੜੇ ਵੀ ਮੁਲਕ ਤੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਜੀ, ਤੁਹਾਡੇ ਕੋਲ ਉੱਥੇ ਰਹਿਣ ਦੀ ਲੀਗਲ ਪਰਮਿਸ਼ਨ ਹੋਵੇ। ਜਿਸ ਮੁਲਕ 'ਚ ਤੁਸੀਂ ਰਹਿ ਰਹੇ ਹੋ, ਹਾਂ, ਜਿਸ ਮੁਲਕ 'ਚ ਤੁਸੀਂ ਰਹਿ ਰਹੇ ਹੋ ਉੱਥੋਂ ਦੀ ਲੀਗਲ ਪਰਮਿਸ਼ਨ। ਯਾ ਸੋ ਬੇਸਿਕਲੀ ਮਤਲਬ ਇਹਨੂੰ ਉਸ ਤਰੀਕੇ ਨਾਲ ਨਾ ਸਮਝਿਆ ਜਾਵੇ ਕਿ ਕੋਈ ਕਿਤੇ ਪਾਸੇ ਇਲੀਗਲ ਗਿਆ, ਕਿਤੇ ਬੈਠਾ, ਜਾਂ ਕਿਤੇ ਮਤਲਬ ਉਸ ਤਰੀਕੇ ਨਾਲ ਸੋਚਦਾ ਕਿ ਮੈਂ ਇੱਥੋਂ ਅਪਲਾਈ ਕਰ ਲੂੰ, ਫਿਰ ਉਹ ਉਹਨਾਂ ਲਈ ਨਹੀਂ ਹੈਗਾ। ਬਟ ਅਗਰ ਤੁਸੀਂ ਲੀਗਲੀ ਕਿਤੇ ਹੈਗੇ ਹੋ, ਕਿਸ ਪੂਰੀ ਦੁਨੀਆ 'ਚ ਕਿਤੇ ਵੀ ਹੋ, ਔਰ ਉਹਦੀਆਂ ਲਾਈਕ ਆਲਮੋਸਟ ਸੇਮ ਤਰੀਕਾ ਆ। ਸੋ ਤੁਹਾਨੂੰ ਉੱਥੇ ਲੋਕਲ ਆਪਣੇ ਮੁਲਕ ਵਿੱਚ ਉਹਦਾ ਮਿਸ਼ਨ ਮਿਲ ਜਾਏਗਾ, ਯੂਐਸ ਦਾ ਅੰਬੈਸੀ ਕੌਂਸੂਲੇਟ ਮਿਲ ਜਾਏਗਾ, ਔਰ ਤਰੀਕਾ ਵੀ ਉਹੀ ਆ। ਤਕਰੀਬਨ ਤੁਹਾਨੂੰ ਹਰ ਪਾਸੇ ਜਾ ਕੇ ਤੁਹਾਡੀ ਨੈਸ਼ਨੈਲਿਟੀ ਦੇ ਨਾਲ ਜਿਹੜਾ ਲਾਈਕ ਸਾਰਾ ਕੁਝ ਜੁੜ ਜਾਂਦਾ ਆ। ਬਿਕੋਜ਼ ਜਦ ਤੱਕ ਤੁਸੀਂ ਚਾਹੇ ਕਿਸੇ ਮੁਲਕ ਦੇ PR ਵੀ ਹੋ, ਰੈਜ਼ੀਡੈਂਟ ਵੀ ਹੋ, ਤਾਂ ਵੀ ਤੁਹਾਡੇ ਕੋਲ ਜਿਹੜੀ ਨੈਸ਼ਨੈਲਿਟੀ ਉਹ ਇੰਡੀਅਨ ਹੀ ਹੁੰਦੀ ਹੈ। ਸੋ ਬਹੁਤ ਸਾਰੇ ਅਗਰ ਈਵਨ US ਦੇ ਵਿੱਚ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ, ਉਹਨਾਂ ਦੀ ਨੈਸ਼ਨੈਲਿਟੀ ਇੰਡੀਅਨ ਹੀ ਰਹਿੰਦੀ ਹੈ। ਸੋ ਇੰਡੀਆ ਦੇ ਨਾਲ ਨਾਤਾ ਤਦ ਤੱਕ ਬਣਿਆ ਰਹਿੰਦਾ ਜਦ ਤੱਕ ਤੁਹਾਡੇ ਕੋਲ ਸਿਟੀਜ਼ਨਸ਼ਿਪ ਨਹੀਂ ਹੁੰਦੀ ਕਿਸੇ ਦੂਸਰੇ ਮੁਲਕ ਦੀ। ਓਕੇ। ਸੋ ਜਦ ਤੱਕ ਤੁਸੀਂ ਇੰਡੀਅਨ ਸਿਟੀਜ਼ਨ ਹੋ, ਤੁਸੀਂ ਕਿਸੇ ਵੀ ਮੁਲਕ ਦੇ ਵਿੱਚ ਤੁਹਾਡੇ ਕੋਲ ਲੀਗਲ ਪਰਮਿਸ਼ਨ ਰਹਿਣ ਦੀ ਹੈਗੀ ਆ, ਤੁਸੀਂ US ਦੀ ਲੋਕਲ ਅੰਬੈਸੀ ਦੇ ਵਿੱਚ ਆਪਣੀ ਅਪਾਇੰਟਮੈਂਟ ਸ਼ੈਡਿਊਲ ਕਰ ਸਕਦੇ ਹੋ ਔਰ ਉੱਥੇ ਹੀ ਅਪੀਅਰ ਹੋ ਸਕਦੇ ਹੋ। ਸੋ ਇਹ ਜਿਹੜੀ ਤੁਸੀਂ ਬੇਸਿਕ ਰਿਕੁਆਇਰਮੈਂਟਸ ਕਹੀਆਂ ਨੇ, ਤੁਸੀਂ ਕਿਹਾ ਕਿ ਹਰ ਥਾਂ ਦੇ ਉੱਤੇ ਸੇਮ ਨੇ। ਇਹ ਬੇਸਿਕ ਰਿਕੁਆਇਰਮੈਂਟਸ ਦੇ ਵਿੱਚ ਕੀ ਕੁਝ ਆਏਗਾ? ਹਾਂ, ਦੇਖੋ, ਜਿੱਦਾਂ ਮੈਂ ਪਹਿਲੇ ਦੱਸੀ ਕਿ ਤੁਹਾਡੇ ਕੋਲ ਲੀਗਲ ਪਰਮਿਸ਼ਨ ਟੂ ਸਟੇ ਇਨ ਦਾ ਕੰਟਰੀ, ਜਿੱਥੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਹੈ। ਸ਼ੋਰ। ਉਹਦੇ ਨਾਲ ਹੀ ਤੁਹਾਡੇ ਕੋਲ ਅਗੇਨ ਜਿਹੜੀਆਂ ਇਕਨੋਮਿਕ ਟਾਈਜ਼, ਕਿ ਤੁਹਾਡੇ ਕੋਲ ਉੱਥੇ ਕੰਮਕਾਰ ਦੇ ਪ੍ਰੂਫ ਹੋਣੇ ਚਾਹੀਦੇ ਆ ਜਿੱਥੇ ਤੁਸੀਂ ਰਹਿ ਰਹੇ ਹੋ। ਜਿੱਥੇ ਤੁਸੀਂ ਰਹਿ ਰਹੇ ਹੋ। ਓਕੇ। ਬਿਕੋਜ਼ ਤੁਸੀਂ ਇੰਡੀਆ ਤੋਂ ਵੀ ਅਗਰ ਆ ਕੇ ਅਪਲਾਈ ਕਰਦੇ ਹੋ ਤੇ ਤੁਹਾਨੂੰ ਤਾਂ ਵੀ ਅਗਰ ਤੁਹਾਡੀ ਹਿਸਟਰੀ ਦੇ ਵਿੱਚ, ਤੁਹਾਡੀ ਇਮੀਗ੍ਰੇਸ਼ਨ ਹਿਸਟਰੀ ਵਿੱਚ ਤੁਸੀਂ ਅਗਰ ਕਿਸੇ ਹੋਰ ਮੁਲਕ ਦੇ ਵਿੱਚ ਰਹਿ ਰਹੇ ਹੋ, ਕੰਮਕਾਰ ਕਰ ਰਹੇ ਹੋ, ਜਿੱਦਾਂ ਲੋਕ ਫਿਲੀਪੀਨਸ ਵਿੱਚ ਰਹਿੰਦੇ ਨੇ, ਮਨੀਲਾ 'ਚ ਰਹਿੰਦੇ ਨੇ, ਦੁਬਈ 'ਚ ਰਹਿੰਦੇ ਆ, ਇਟਲੀ ਦੇ ਵਿੱਚ ਬਹੁਤ ਸਾਰੇ ਮੁੰਡੇ ਰਹਿੰਦੇ ਆ। ਸੋ ਜਿੰਨੇ ਵੀ ਸਾਡੇ ਕੋਲ ਉੱਥੇ ਚਾਹੇ ਵਰਕਰਸ ਨੇ, ਸਟੂਡੈਂਟਸ ਨੇ, ਉਹਨਾਂ ਨੇ ਜਦੋਂ ਵੀ ਅਪਲਾਈ ਕਰਨਾ, ਉਹਨਾਂ ਕੋਲ ਫਾਈਨੈਂਸ਼ੀਅਲ ਅਫੋਰਡੇਬਿਲਟੀ ਹੋਵੇ, ਓਕੇ, ਫਾਈਨੈਂਸ਼ੀਅਲ ਇੰਡੀਪੈਂਡੈਂਸ ਹੋਵੇ। ਸੋ ਜੇਬ ਦੇ ਵਿੱਚ ਆਪਣਾ ਪੈਸਾ ਹੋਵੇ। ਇਹ ਬੇਸਿਕ ਰਿਕੁਆਇਰਮੈਂਟ ਆ। ਔਰ ਉਹਦੇ ਨਾਲ US ਦੇ ਵਿੱਚ ਇੱਕ ਚੀਜ਼ ਚੰਗੀ ਹੈ ਕਿ ਬਾਕੀ ਸਾਰੇ ਮੁਲਕਾਂ ਵਿੱਚ ਜਦੋਂ ਤੁਸੀਂ ਅਪਲਾਈ ਕਰਦੇ ਹੋ, ਈਵਨ ਸਾਡੇ ਫੌਜੀ ਵੀਰ ਜਦੋਂ ਅਪਲਾਈ ਕਰਦੇ ਨੇ, ਸੋ ਪੁਲਿਸ ਵਾਲੇ ਡਿਪਾਰਟਮੈਂਟਸ ਵਾਲੇ ਅਪਲਾਈ ਕਰਦੇ ਨੇ, ਜਿੰਨੇ ਵੀ ਇੰਡੀਆ ਤੋਂ ਜਿਹੜੇ ਲੋਕ ਜਿਹੜੇ ਆ ਗਵਰਨਮੈਂਟ EMPLOYEES ਨੇ, ਪੂਰੀ ਦੁਨੀਆ ਦੇ ਵਿੱਚ ਤੁਸੀਂ ਕਿਸੇ ਹੋਰ ਮੁਲਕ ਲਈ ਅਪਲਾਈ ਕਰਨਾ, ਤੁਹਾਨੂੰ ਉਸ ਮਹਿਕਮੇ ਤੋਂ NOC ਤੇ ਲੀਵ ਚਾਹੀਦੀ ਹੈ। ਬਿਲਕੁਲ। ਸੋ ਤੁਹਾਨੂੰ ਛੁੱਟੀ ਚਾਹੀਦੀ ਹੈ, ਤੁਹਾਨੂੰ ਛੁੱਟੀ ਮਨਜ਼ੂਰੀ ਚਾਹੀਦੀ ਹੈ। ਸੋ ਤੁਹਾਡੇ ਕੋਲ ਇਹ ਲੋੜੀਂਦਾ ਡਾਕੂਮੈਂਟ ਆ। ਪਰ US ਦੇ ਵਿੱਚ ਤੁਹਾਡੇ ਕੋਲ NOC ਤੇ ਲੀਵ ਵੀ ਨਹੀਂ ਚਾਹੀਦੀ। ਸੋ ਤੁਹਾਡੇ ਕੋਲ ਸਿਰਫ ਇੰਪਲੋਏਬਿਲਟੀ ਚਾਹੀਦੀ ਆ, ਫਾਈਨੈਂਸ਼ੀਅਲ ਇੰਡੀਪੈਂਡੈਂਸ ਚਾਹੀਦਾ। ਤੁਹਾਡੇ ਕੋਲ ਜਿਹੜੀ NOC ਜਾਂ ਲੀਵ, ਜਿਹੜੀ ਕਿ ਪੂਰੀ ਦੁਨੀਆ ਦੀਆਂ ਅੰਬੈਸੀ ਡਿਮਾਂਡ ਕਰਦੀਆਂ ਨੇ, ਸੋ US ਅੰਬੈਸੀ ਡਿਮਾਂਡ ਨਹੀਂ ਕਰਦੀ। ਓਕੇ। ਸੋ ਇਹ ਇੱਕ ਅਨੋਖੀ ਚੀਜ਼ ਆ, ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਸੋ ਤੁਸੀਂ ਤਾਂ ਅਮਰੀਕਾ ਵੀਜ਼ਾ ਅਪਲਾਈ ਕਰਦੇ ਹੋ, ਨਾਨ ਇਮੀਗ੍ਰੈਂਟ ਵੀਜ਼ਾ ਅਪਲਾਈ ਕਰਦੇ ਹੋ, ਤੁਹਾਨੂੰ ਕਿਸੇ ਕਿਸਮ ਦੀ NOC ਜਾਂ ਲੀਵ ਨਹੀਂ ਚਾਹੀਦੀ। ਹਾਂ, ਤੁਹਾਨੂੰ ਹੀ ਆਪਣੇ ਜਿਹੜੇ ਇੰਪਲੋਇਮੈਂਟ ਲੈਟਰ ਦੋਗੇ, ਸੈਲਰੀ ਸਲਿਪਸ ਦੋਗੇ, ਆਪਣੇ ਅਕਾਊਂਟਸ ਦੋਗੇ, ਬਾਕੀ ਜੋ ਕੋਈ ਤੁਹਾਡੇ ਕੋਲ ਰਿਸੋਰਸਿਸ ਹੈਗੇ ਉਹ ਸਭ ਕੁਝ ਦੋਗੇ। ਬਟ ਆ ਜਿਹੜਾ ਇੱਕ ਡਾਕੂਮੈਂਟ ਆ, ਬਿਕੋਜ਼ ਇਹ ਲੀਗੈਲਿਟੀ ਦੇ ਵਿੱਚ ਲੈਣਾ ਕਾਫੀ ਮੁਸ਼ਕਿਲ ਹੁੰਦਾ ਆ। ਬਿਕੋਜ਼ ਜਿੱਦਾਂ ਕਿਸੇ ਲਾਈਕ ਆਰਮੀ ਆਫੀਸਰ ਨੇ ਅਪਲਾਈ ਕਰਨਾ ਤਾਂ ਪਹਿਲਾਂ ਕਮਾਂਡ ਦੇ ਵਿੱਚ ਜਾਏਗਾ, ਸੋ ਉੱਥੋਂ ਫਿਰ ਅਪਰੂਵਲ ਹੋਏਗਾ। ਔਰ ਪਹਿਲੀ ਗੱਲ, ਅਪਰੂਵਲ ਮਿਲਦੀਆਂ ਨਹੀਂ ਜਲਦੀ ਕਿਤੇ। ਸੋ ਸੇਮ ਰੇਲਵੇਜ਼ ਵਾਲਿਆਂ ਦਾ। ਸੋ ਸਾਰੇ ਡਿਪਾਰਟਮੈਂਟਸ ਵਿੱਚ ਇਹ ਤਕਲੀਫ ਰਹਿੰਦੀ ਹੈ। ਬਟ ਇੱਥੇ ਤੁਸੀਂ ਉਸ ਤੋਂ ਬਿਨਾਂ ਅਪਲਾਈ ਕਰ ਸਕਦੇ ਹੋ। ਹਾਂ, ਉਹਦੇ ਨਾਲ ਨਾਲ ਤੁਹਾਨੂੰ ਆਪਣੀਆਂ ਸੋਸ਼ਲ ਟਾਈਜ਼, ਹੁਣ ਉਹ ਇੰਡੀਆ ਦੇ ਨਾਲ ਵੀ ਤੇ ਉਸ ਮੁਲਕ ਦੇ ਨਾਲ ਵੀ ਦੋ ਜਗ੍ਹਾ ਸਿੱਧ ਕਰਨੀਆਂ ਨੇ। ਸੋ ਪਹਿਲੀ ਅਸੀਂ ਕਰਤੀ ਕਿ ਉਹਦੀ ਉੱਥੇ ਪਰਮਿਸ਼ਨ, ਦੂਸਰੀ ਉੱਥੋਂ ਦੀਆਂ ਇਕਨੋਮਿਕ ਟਾਈਜ਼, ਤੀਸਰੀਆਂ ਹੈਗੀਆਂ ਤੁਹਾਡੀਆਂ ਸੋਸ਼ਲ ਟਾਈਜ਼, ਕਿ ਹੁਣ ਤੁਸੀਂ ਦੋ ਸਮਾਜ ਦੇ ਵਿੱਚ ਜ਼ਿੰਮੇਵਾਰ ਹੋ। ਸੋ ਤੁਸੀਂ ਜਿਹੜੀ ਜ਼ਿੰਮੇਵਾਰ ਨਾਗਰਿਕ ਵਾਲੀ ਜਿਹੜੀ ਭੂਮਿਕਾ ਅਦਾ ਕਰ ਰਹੇ ਹੋ, ਉਹ ਹੁਣ ਦੋਵਾਂ ਸਮਾਜਾਂ ਦੇ ਵਿੱਚ ਕਰ ਰਹੇ ਹੋ ਕਿ ਤੁਹਾਡੀ ਸੋਸ਼ਲ ਰਿਸਪੌਂਸਿਬਿਲਟੀਜ਼ ਇੱਥੇ ਵੀ ਨੇ ਤੇ ਤੁਹਾਡੀਆਂ ਸੋਸ਼ਲ ਓਬਲੀਗੇਸ਼ਨਸ ਜਿਹੜੀਆਂ ਦੂਸਰੇ ਮੁਲਕ ਵਿੱਚ ਵੀ ਨੇ।
ਸੋ ਆਹ ਬੇਸਿਕ ਚੀਜ਼ਾਂ ਨੇ। ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ ਤੋਂ ਅਪਲਾਈ ਕਰੋਗੇ ਤੇ ਵੀਜ਼ਾ ਆਲਮੋਸਟ ਸੇਮ ਤਰੀਕੇ ਨਾਲ ਇੰਟਰਵਿਊ ਬੇਸਡ ਵੀਜ਼ਾ ਹੈ। ਤੁਸੀਂ ਲੋਕਲ ਅੰਬੈਸੀ ਕੌਂਸੂਲੇਟ ਵਿੱਚ ਜਾ ਕੇ ਆਪਣੀ ਅਪਾਇੰਟਮੈਂਟ ਸ਼ਡਿਊਲ ਕਰਕੇ ਇੰਟਰਵਿਊ ਦੇ ਕੇ, ਔਰ ਵੀਜ਼ਾ ਦੀ ਡਿਊਰੇਸ਼ਨ ਵੀ ਉਹੀ ਹੈ 10 ਸਾਲ ਦਾ। ਸੋ ਵੀਜ਼ਾ ਦਾ ਜਿਹੜਾ ਬਾਈਲੇਟਰਲ ਐਗਰੀਮੈਂਟ ਹੁੰਦਾ ਬੇਸਿਕਲੀ ਦੋ ਮੁਲਕਾਂ ਦਾ। ਸੋ ਇੰਡੀਆ ਦੇ ਨਾਲ US ਦਾ ਜਿਹੜਾ ਐਗਰੀਮੈਂਟ ਆ ਉਹ ਅਸੀਂ ਅਮਰੀਕਨਸ ਨੂੰ 10 ਸਾਲ ਦਾ ਵੀਜ਼ਾ ਦਿੰਦੇ ਆ, ਇਦਾਂ ਹੀ ਉਹ ਵੀ ਸਾਨੂੰ 10 ਸਾਲ ਦਾ ਵੀਜ਼ਾ ਦਿੰਦੇ ਆ। ਸੋ ਤੁਸੀਂ ਵੇਖਿਆ ਕੋਈ ਨਾ ਕੋਈ ਜਦੋਂ ਬਾਹਰੋਂ ਰਾਜਦੂਤ ਆਉਂਦੇ, ਐਂਬੈਸਡਰਸ ਆਉਂਦੇ ਆ, ਜਾਂ ਕੋਈ ਵੀ ਡੈਲੀਗੇਟਸ ਆਉਂਦੇ ਨੇ ਮਿਨਿਸਟਰੀ ਲੈਵਲ ਤੇ, ਐਕਸਟਰਨਲ ਅਫੇਅਰ ਮਿਨਿਸਟਰੀ ਉਦੋਂ ਐਕਟਿਵ ਹੁੰਦੀ ਆ, ਫਾਈਲਾਂ ਦੇ ਉੱਪਰ ਸਾਈਨ ਹੁੰਦੇ ਆ। ਉਹ ਬੇਸਿਕਲੀ ਦੋ ਮੁਲਕ ਆਪਣੀਆਂ ਸ਼ਰਤਾਂ ਆਪਸ ਵਿੱਚ ਰਲਾ ਰਹੇ ਹੁੰਦੇ ਆ। ਓਕੇ, ਕਿ ਤੁਸੀਂ ਅਗਰ ਤੁਹਾਡੇ ਮੁਲਕ ਤੋਂ ਕਿਸੇ ਨੇ ਸਾਡੇ ਮੁਲਕ ਆਉਣਾ ਹੋਵੇ, ਉਹਦੇ ਲਈ ਕੀ ਸ਼ਰਤਾਂ ਹੋਣਗੀਆਂ, ਤੇ ਸਾਡੇ ਮੁਲਕ ਤੋਂ ਉੱਧਰ ਜਾਣਾ ਹੋਵੇ ਸਾਡੀਆਂ ਕੀ ਸ਼ਰਤਾਂ ਹੋਣਗੀਆਂ। ਜਿੱਦਾਂ ਇੱਕ ਬੜੀ ਅਨੋਖੀ ਚੀਜ਼ ਆ, ਗੱਲ ਕਰਦੇ ਮੈਨੂੰ ਯਾਦ ਆ ਗਈ। ਸੋ ਜਿੱਦਾਂ ਸ਼ਾਇਦ ਤੁਹਾਨੂੰ ਇਲਮ ਹੋਏਗਾ ਕਿ ਨਹੀਂ, ਅਸੀਂ ਪਾਕਿਸਤਾਨ ਜਾਂਦੇ ਹਾਂ ਤਾਂ ਸਾਨੂੰ ਇੱਕ ਸ਼ਹਿਰ ਦਾ ਵੀਜ਼ਾ ਮਿਲਦਾ ਆ। ਸੋ ਸੇਮ ਵੇ ਜਦੋਂ ਪਾਕਿਸਤਾਨ ਤੋਂ ਕੋਈ ਨਾਗਰਿਕ ਇੱਥੇ ਇੰਡੀਆ ਦੇ ਵਿੱਚ ਅਪਲਾਈ ਕਰਦਾ ਤਾਂ ਉਹਨੂੰ ਸਿਟੀ ਦਾ ਵੀਜ਼ਾ ਮਿਲਦਾ ਆ। ਸੋ ਤੁਸੀਂ ਸੋਚੋ ਵੀ ਕੱਲੇ ਸਿਆਲਕੋਟ ਦਾ ਵੀਜ਼ਾ, ਕੱਲੇ ਲਾਹੌਰ ਦਾ ਵੀਜ਼ਾ, ਕੱਲੇ ਜਲੰਧਰ ਦਾ ਵੀਜ਼ਾ, ਕੱਲੇ ਦਿੱਲੀ ਦਾ ਵੀਜ਼ਾ, ਔਰ ਉਹਦੇ ਵਿੱਚ ਵੀ ਦੋਨਾਂ ਮੁਲਕਾਂ ਦੇ ਵਿੱਚ ਮਨਾਹੀ ਹੁੰਦੀ ਆ ਕਿ ਤੁਸੀਂ ਇੱਕ ਤੇ ਕੰਟੋਨਮੈਂਟ ਏਰੀਆਜ਼ ਵਿੱਚ ਨਹੀਂ ਜਾ ਸਕਦੇ, ਡਿਫੈਂਸ ਫੋਰਸਸ ਵਾਲੇ ਏਰੀਆਜ਼ ਵਿੱਚ ਨਹੀਂ ਜਾ ਸਕਦੇ। ਔਰ ਇੱਕ ਤੁਹਾਡੀ ਇੱਕ ਪਹਿਲੀ ਸ਼ਰਤ ਹੁੰਦੀ ਹੈ ਕਿ ਤੁਸੀਂ ਜਿੱਦਾਂ ਹੀ ਇਹਨਾਂ ਦੋਨਾਂ ਮੁਲਕਾਂ ਦਾ ਬਸ਼ਿੰਦਾ ਕੋਈ ਇੱਧਰੋਂ ਜਾਂ ਉੱਧਰ ਆਏਗਾ, ਸੋ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਥਾਣੇ ਨੂੰ ਰਿਪੋਰਟ ਕਰਨਾ ਹੁੰਦਾ ਆ। ਸੋ ਥਾਣੇ ਤੋਂ ਫਿਰ ਤੁਹਾਡੇ ਨਾਲ ਪੁਲਿਸ ਵੀ ਲੱਗ ਜਾਂਦੀ ਹੈ। ਸੋ ਇਹ ਤੁਹਾਡੇ ਪਰਸਨਲ ਐਗਰੀਮੈਂਟਸ ਨੇ ਦੋਨਾਂ ਮੁਲਕਾਂ ਦੇ। ਸੋ ਅਮਰੀਕਾ ਦੇ ਨਾਲ ਸਾਡਾ 10 ਸਾਲ ਦਾ ਐਗਰੀਮੈਂਟ ਹੈ ਕਿ ਅਸੀਂ ਉਹਨਾਂ ਨੂੰ ਜਦ ਤੱਕ ਤੁਹਾਡੇ ਕੋਲ ਇੰਡੀਅਨ ਨੈਸ਼ਨੈਲਿਟੀ ਹੈ ਤਦ ਤੱਕ ਅਮਰੀਕਾ ਤੁਹਾਨੂੰ 10 ਸਾਲ ਦਾ ਵੀਜ਼ਾ ਦਿੰਦਾ ਹੈ। ਉਹ ਮਤਲਬ ਇਹ ਬੜਾ ਇੰਟਰਸਟਿੰਗ ਲੱਗਾ ਮੈਨੂੰ ਕਿ ਜਦੋਂ ਤੁਸੀਂ ਪਾਕਿਸਤਾਨ ਤੋਂ ਭਾਰਤ ਆਉਂਦੇ ਹੋ ਜਾਂ ਭਾਰਤ ਤੋਂ ਪਾਕਿਸਤਾਨ ਜਾਂਦੇ ਹੋ ਤਾਂ ਇੱਕ ਸਿਟੀ ਦਾ ਵੀਜ਼ਾ ਮਿਲਦਾ ਤੇ ਤੁਸੀਂ ਉਸ ਸਿਟੀ ਤੋਂ ਬਾਹਰ ਨਹੀਂ ਜਾ ਸਕਦੇ। ਨਹੀਂ, ਅਲਾਉਡ ਨਹੀਂ ਹੁੰਦੀ, ਲੀਗਲੀ ਅਲਾਉਡ ਹੀ ਨਹੀਂ ਹੈ। ਬਿਕੋਜ਼ ਇਹ ਜਿਹੜੀ ਲੀਗਲ ਪ੍ਰੋਵੀਜ਼ਨ ਆ ਜਿਹਦੇ ਵਿੱਚ ਦੋਨਾਂ ਮੁਲਕਾਂ ਦੀ ਐਕਸਟਰਨਲ ਅਫੇਅਰ ਮਿਨਿਸਟਰੀਜ਼ ਨੇ ਸਾਈਨ ਆਫ ਕੀਤਾ ਪਿਆ, ਉਹ ਐਗਜ਼ੈਕਟਲੀ ਇਹੀ ਪੈਟਰਨ ਆ ਕਿ ਅਗਰ ਤੁਸੀਂ ਕਿਸੇ ਹੋਰ ਸਿਟੀ ਦਾ ਵੀਜ਼ਾ ਲੈਣਾ ਤੁਹਾਨੂੰ ਮਲਟੀਪਲ ਸਿਟੀਜ਼ ਦੀ ਐਪਲੀਕੇਸ਼ਨ ਦੇਣੀ ਪਏਗੀ। ਕਿ ਮੈਂ ਇਹ ਮੁਲਕ ਜਾਣਾ, ਤੁਹਾਨੂੰ ਆਪਣੀ ਟਰੈਵਲ ਆਈਟਨਰੀ, ਤੁਹਾਨੂੰ ਉਹਦੇ ਸਬੂਤ, ਸੋ ਜਿੱਥੇ ਜਿੱਥੇ ਤੁਸੀਂ ਜਾਣਾ ਹੈ ਤੁਹਾਨੂੰ ਉਹਦੀ ਸਭ ਦੀ ਪਰਮਿਸ਼ਨ ਲੈਣੀ ਪੈਂਦੀ, ਔਰ ਤੁਹਾਡੇ ਪਾਸਪੋਰਟ ਉੱਪਰ ਦਰਜ ਹੁੰਦਾ ਹੈ ਕਿ ਤੁਹਾਨੂੰ ਕਿਹੜੇ ਕਿਹੜੇ ਸ਼ਹਿਰ ਦਾ ਵੀਜ਼ਾ ਆ। ਐਸ ਇੰਟਰਸਟਿੰਗ ਹੈ ਨਾ, ਥੋੜਾ ਡਿਫਿਕਲਟ ਵੀ ਹੁੰਦਾ ਦੋਨੋਂ ਸਾਈਡਸ ਦੇ ਬਸ਼ਿੰਦਿਆਂ ਵਾਸਤੇ, ਬਟ ਇੰਟਰਸਟਿੰਗ ਕੇਸ ਹੈ। ਬਿਕਾਜ਼ ਇਹ ਬਹੁਤ ਸਾਰਾ ਪੋਲੀਟੀਕਲ ਮਸਲੇ ਇਹਦੇ ਚ ਇਨਵੋਲਵ ਨੇ। ਬਿਕਾਜ਼ ਹੈ ਤਾਂ ਚਲੋ ਸਾਡੀਆਂ ਭਾਈਚਾਰਕ ਸਾਂਝਾਂ ਰਹੀਆਂ ਨੇ ਸ਼ੁਰੂ ਤੋਂ ਹੀ, ਔਰ ਮਤਲਬ ਇੱਕ ਤਰੀਕੇ ਨਾਲ ਅੱਧਾ ਪੰਜਾਬ ਇੱਧਰ ਅੱਧਾ ਉੱਧਰ ਹੈ। ਬਟ ਜਦੋਂ ਤੁਸੀਂ ਲਾਈਕ ਐਜ਼ ਅ ਨੇਸ਼ਨ ਵੇਖੋਗੇ ਉਹ ਫਿਰ ਇੰਡੀਆ ਪਾਕਿਸਤਾਨ ਵਾਲਾ ਮਸਲਾ ਆ ਜਾਂਦਾ ਤਾਂ ਯੈਸ ਉੱਥੇ, ਔਰ ਪੋਲੀਟੀਕਲ ਸਿਸਟਮ ਵੀ ਇਦਾਂ ਦੇ ਹੀ ਨੇ। ਉੱਥੋਂ ਦੇ ਵੀ ਨੇਤਾ ਸਭ ਤੋਂ ਵੱਧ ਉਹੀ ਚੰਗੇ ਮੰਨੇ ਜਾਂਦੇ ਆ ਜਿਹੜੇ ਦੱਬ ਕੇ ਮਤਲਬ ਇੰਡੀਅਨਸ ਨੂੰ ਗਾਲਾਂ ਕੱਢਣ। ਖੈਰ ਮੈਂਟੈਲਿਟੀ ਹੈ। ਚਲੋ ਆਪਾਂ ਅੱਗੇ ਵਧਦੇ ਹਾਂ, ਆਪਣੇ ਸ਼ੋਅ ਨੂੰ ਅੱਗੇ ਵਧਾਉਂਦੇ ਹਾਂ ਕਿ ਅਮਰੀਕਾ ਦੀ ਆਪਾਂ ਗੱਲ ਕੀਤੀ ਹੈ ਹੁਣੇ ਕਿ ਤੁਸੀਂ ਦੱਸਿਆ ਕਿ ਕਿੱਦਾਂ ਕਿੱਦਾਂ ਰਿਕੁਆਇਰਮੈਂਟਸ ਨੇ। ਸੋ ਨੈਕਸਟ ਚੀਜ਼ ਇਹ ਹੈ ਕਿ ਫਲਾਈਟਸ ਬੰਦ ਨੇ ਇਸ ਵਕਤ, ਕਿਉਂਕਿ ਵੈਸੇ ਵੀ ਵਿੰਟਰ ਸੀਜ਼ਨ ਹੈ ਤਾਂ ਫਲਾਈਟਸ ਬੰਦ ਨੇ। ਔਰ ਤੁਸੀਂ ਆਪਣੇ ਇੱਕ ਸ਼ੋਅ 'ਚ ਕਿਹਾ ਸੀਗਾ ਕਿ ਸਮਰ ਇਜ਼ ਦ ਬੈਸਟ ਟਾਈਮ ਟੂ ਅਪਲਾਈ ਫॉर ਵੀਜ਼ਾ। ਸੋ ਫਸਟ ਆਫ ਆਲ ਤੇ ਸਮਰ ਨੂੰ ਬੈਸਟ ਟਾਈਮ ਕਿਉਂ ਕਵਾਂਗੇ ਉਹ ਵੀ ਅਸੀਂ ਕਲੀਅਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ, ਕਲੀਅਰ ਕਰਾਂਗੇ ਆਪਣੇ ਆਡੀਅנס ਨੂੰ, ਆਪਣੇ ਵਿਊਅਰਸ ਨੂੰ। ਨਾਲ ਦੇ ਨਾਲ ਇਹ ਫਲਾਈਟਸ ਕਦੋਂ ਖੁੱਲਣਗੀਆਂ ਜਿਹੜੀਆਂ ਕਰੋਨਾ ਕਰਕੇ ਵੀ ਬੰਦ ਨੇ, ਕੁਝ ਸੀਜ਼ਨ ਕਰਕੇ ਵੀ ਬੰਦ ਨੇ? ਸਾਡੇ ਕੋਲ ਬਹੁਤ ਸਾਰੇ ਜਿਹੜੇ ਲਾਈਕ ਜਿਨ੍ਹਾਂ ਬੱਚਿਆਂ ਦੇ ਸਟੂਡੈਂਟ ਵੀਜ਼ਾਸ ਹੋਏ ਆ, ਜਿਨ੍ਹਾਂ ਦੇ ਟੂਰਿਸਟ ਵੀਜ਼ਾਸ ਹੋਏ ਆ, ਸੋ ਮਤਲਬ ਲਗਾਤਾਰ ਸਾਨੂੰ ਕਾਲਸ ਆਉਂਦੀਆਂ ਨੇ ਕਿ ਮੈਨੂੰ ਮੇਰਾ ਇਨਟੇਕ ਚਾਹੇ ਹਲੇ ਅਗਸਤ ਦੀ ਹੈ, ਸੋ ਸਟੂਡੈਂਟ ਦਾ ਵੀਜ਼ਾ ਹੁਣ ਅਪਰੂਵ ਹੋ ਗਿਆ, ਐਂਡ ਸਟੂਡੈਂਟਸ ਨੂੰ ਪਰੇਸ਼ਾਨੀ ਹੋਊਗੀ ਜੀ ਮੇਰੀ ਟਿਕਟ ਅੱਗੇ 1.5 ਲੱਖ ਦੀ ਮਿਲਦੀ ਸੀ ਜੀ, ਹੁਣ ਮੈਨੂੰ ਲੱਖ ਦੀ ਮਿਲਦੀ, ਮੈਂ ਲੈ ਲਵਾਂ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਕਿ ਤੁਸੀਂ 50,000 ਵਾਲੀ 'ਚ ਜਾਓਗੇ, ਰੁਕ ਜਾਓ, ਹੌਸਲਾ ਕਰੋ। ਔਰ ਯੈਸ ਉਹੀ ਸਮਾਂ ਆ ਰਿਹਾ ਹੁਣ, ਬਿਕੋਜ਼ ਪਹਿਲਾਂ ਸਾਡਾ ਜਿਹੜਾ ਇਹ ਵੀ ਹੁਣ ਅਗੇਨ ਬਾਈਲੇਟਰਲ ਕੰਟਰੈਕਟ ਆ ਕਿ ਅਸੀਂ ਦੋ ਮੁਲਕਾਂ ਨਾਲ ਕੀਤਾ ਹੋਇਆ, ਬਿਕੋਜ਼ ਇਹਨੂੰ ਅਸੀਂ 에ਅਰ ਬਬਲ ਕਹਿੰਦੇ ਆ। ਸੋ ਫਿਲਹਾਲ ਸ਼ਡਿਊਲਡ ਫਲਾਈਟਸ ਨਹੀਂ ਚੱਲ ਰਹੀਆਂ। ਸ਼ਡਿਊਲਡ ਫਲਾਈਟਸ ਨੇ ਕਿ ਜਿੱਦਾਂ ਰੋਜ਼ ਤੁਹਾਡਾ ਲਾਈਕ ਹਰ ਵੀਕ ਦੀ ਜਿਹੜੀ ਫਲਾਈਟ ਜਾਂਦੀ ਉਹ ਨਹੀਂ ਚੱਲ ਰਹੀ। ਇਸ ਟਾਈਮ 에ਅਰ ਬਬਲ ਦੋਵਾਂ ਮੁਲਕਾਂ ਦੇ ਵਿੱਚ ਕ੍ਰੀਏਟ ਕੀਤੇ ਪਏ ਨੇ, ਔਰ ਇੰਡੀਆ ਦੇ ਤਕਰੀਬਨ 28 ਮੁਲਕਾਂ ਨਾਲ 에ਅਰ ਬਬਲ ਕ੍ਰੀਏਟ ਕੀਤਾ ਹੋਇਆ। ਸੋ ਉਹਦੇ ਵਿੱਚ ਕੀ ਆ ਕਿ ਅਸੀਂ ਸ਼ਡਿਊਲਡ ਫਲਾਈਟਸ ਨਹੀਂ ਚਲਾ ਰਹੇ, ਅਸੀਂ ਚਾਰਟਰਡ ਫਲਾਈਟਸ ਚਲਾ ਰਹੇ ਹਾਂ। ਚਾਰਟਰਡ ਦੇ ਮਤਲਬ ਕੀ ਹੁੰਦਾ ਕਿ ਜਿੱਦਾਂ ਤੁਸੀਂ ਸਮਝੋ ਕਿ ਇੱਕ ਟੈਕਸੀ ਭਰ ਗਈ ਤੁਰ ਲਈ, ਸੋ ਇਸੇ ਤਰੀਕੇ ਨਾਲ ਪੈਸੰਜਰਸ ਨੂੰ ਵੇਖ ਕੇ ਕਿ ਕਿੰਨੀ ਕੁ ਪੈਸੰਜਰਸ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਇੱਕ ਪਲੇਨ ਬੁੱਕ ਹੋ ਰਿਹਾ ਔਰ ਉਹ ਫਲਾਈ ਕਰ ਰਿਹਾ, ਔਰ ਇਹ ਬਹੁਤ ਐਕਸਪੈਂਸਿਵ ਜਿਹੜਾ ਟਰੈਵਲ ਬਣ ਰਿਹਾ। ਸਟੂਡੈਂਟਸ ਕੈਨੇਡਾ ਨੂੰ ਜਾਂਦੇ ਨੇ, 1 ਵੇ ਦੀ 1.5 ਲੱਖ ਦੀ ਟਿਕਟ ਹੈ। ਓ ਗॉड। ਸੋ ਸ਼ਡਿਊਲਡ ਫਲਾਈਟਸ ਚੱਲਣੀਆਂ ਹੁਣ ਮਨਜ਼ੂਰੀ ਮਿਲ ਗਈ ਆ। 15 ਮਾਰਚ ਤੋਂ ਸ਼ਡਿਊਲਡ ਫਲਾਈਟਸ ਰੈਗੂਲਰ ਨੇ, ਔਰ ਜਿਹੜੇ ਵੀ ਇਸ ਟਾਈਮ ਟਿਕਟਾਂ ਦੀ ਭਾਲ ਵਿੱਚ ਨੇ ਕਿ ਅਸੀਂ ਫਟਾਫਟ ਟਿਕਟਾਂ ਬੁੱਕ ਕਰ ਲਈਏ, ਉਹ ਹੌਸਲਾ ਕਰੋ। ਸੋ ਤੁਸੀਂ ਵੇਖੋਗੇ ਇਹ ਬਹੁਤ ਜਲਦ ਜਿਹੜਾ ਟਰੈਕ ਦੇ ਉੱਪਰ ਸਭ ਕੁਝ ਆ ਜਾਏਗਾ, ਬਿਕੋਜ਼ ਇਹ ਟ੍ਰੇਡ ਬਹੁਤ ਸੈਂਸਿਟਿਵ ਆ।
ਜਦੋਂ ਸਭ ਕੁਝ ਤੇਜ਼ੀ ਦੇ ਵਿੱਚ ਆ ਉਦੋਂ ਇਹਦੀ ਫਲਾਈਟ ਦਾ ਇਹਦੀ ਰਫ਼ਤਾਰ ਹੈ ਉਹ ਬਿਲਕੁਲ ਸੁਪਰਸੋਨਿਕ ਵਰਗੀ ਆ ਵੀ ਉਹ ਬਿਲਕੁਲ ਜਾਂਦਾ ਵੀ ਉੱਪਰ ਨੂੰ ਇਸੇ ਤਰੀਕੇ ਨਾਲ ਹੀ ਹੈ। ਓਕੇ, ਸੋ ਤੁਸੀਂ ਹੋਟਲਸ ਦੇ ਰੇਟਸ ਵੇਖ ਲਓ, 에ਅਰਲਾਈਨਸ ਦੇ ਰੇਟ ਵੇਖ ਲਓ, ਉਦੋਂ ਮਤਲਬ ਪੂਰਾ ਉੱਪਰ ਤੱਕ ਜਾਂਦਾ ਹੈ। ਤੇ ਜਦੋਂ ਇਹ ਬੰਦ ਹੁੰਦਾ ਹੈ, ਇਹ ਬੰਦ ਵੀ ਬਹੁਤ ਕੁਇਕਲੀ ਹੁੰਦਾ ਬਿਕੋਜ਼ ਬਹੁਤ ਸੈਂਸਿਟਿਵ ਆ। ਹਾਂ, ਬਿਕੋਜ਼ ਜਿਹੜਾ ਟਰੈਵਲਿੰਗ ਆ, ਟੂਰਿਜ਼ਮ ਆ, ਹੌਲੀਡੇਇੰਗ ਆ, ਇਹ ਸਭ ਦਾ ਤੁਹਾਡੀਆਂ ਖੁਸ਼ੀਆਂ ਦੇ ਨਾਲ, ਤੁਹਾਡੇ ਚਿਹਰੇ ਦੇ ਉੱਪਰ ਸਮਾਈਲ ਦੇ ਨਾਲ ਬਹੁਤ ਜ਼ਿਆਦਾ ਲੈਣਾ ਦੇਣਾ ਹੈ। ਸ਼ੋਰ ਔਰ ਪਿਛਲੇ 2 ਸਾਲ ਤਕਰੀਬਨ ਅਸੀਂ ਕੋਵਿਡ ਦੇ ਡਰ ਦੇ ਮਾਹੌਲ ਦੇ ਵਿੱਚ ਕੱਟੇ ਆ, ਸੋ ਇਸ ਕਰਕੇ ਟੂਰਿਜ਼ਮ ਬੰਦ ਰਿਹਾ, ਸੈਰ ਸਪਾਟਾ ਬੰਦ ਰਿਹਾ। ਬਟ ਹੁਣ ਇਟ ਇਜ਼ ਓਪਨਿੰਗ ਅਪ ਔਰ ਯੈਸ ਇਹ 15 ਤੋਂ ਸਭ ਸ਼ਡਿਊਲ ਫਲਾਈਟਸ ਦੀ ਬਹੁਤ ਜ਼ਿਆਦਾ ਉਮੀਦ ਹੈ ਕਿ ਇਹ ਖੁੱਲ ਜਾਣਗੀਆਂ। ਹਾਲਾਂਕਿ ਜਿਹੜੀ ਰੋਕ 28 ਫਰਵਰੀ ਤੱਕ ਦੀ ਸੀਗੀ, ਬਟ ਹੁਣ 15 ਮਾਰਚ ਤੋਂ ਜਿਹੜੀਆਂ ਸ਼ਡਿਊਲ ਫਲਾਈਟਸ ਆ ਰੈਗੂਲਰ ਹੋ ਜਾਣਗੀਆਂ। ਸੋ ਸਭ ਤੋਂ ਪਾਸੇ ਦੇ 에ਅਰ ਫੇਅਰ ਸਸਤੇ ਹੋਣਗੇ ਔਰ ਯੈਸ ਹੁਣ ਨਵੇਂ ਆਪਰੇਟਰ ਆ ਗਏ ਸਾਡੇ ਕੋਲ, ਸੋ ਨਵੀਆਂ 에ਅਰਲਾਈਨਸ ਐਡ ਹੋਣਗੀਆਂ। ਸੋ ਜਿੱਦਾਂ ਪਿੱਛੇ ਤੁਸੀਂ ਬੰਦ ਹੁੰਦੀਆਂ ਦਾ ਗ੍ਰਾਫ ਸੁਣਦੇ ਰਹੇ ਵੀ ਇਹ ਵੀ ਬੰਦ ਹੋ ਗਈ, ਇਹ ਵੀ ਬੰਦ ਹੋ ਗਈ। ਸੋ ਇਸੇ ਤਰੀਕੇ ਨਾਲ ਹੁਣ ਤੁਸੀਂ 에ਅਰਲਾਈਨਸ ਖੁੱਲਣ ਵਾਲੀਆਂ ਦੀ ਜ਼ਰੂਰ ਚਰਚਾ ਵੇਖੋਗੇ, ਕਿਸ ਨੇ ਕਿੰਨਾ ਫਲੀਟ ਨਵਾਂ ਲੈ ਲਿਆ, ਕਿੰਨੇ ਕਾਰਗੋ ਨਵੇਂ ਲੈ ਲਏ, ਕਿੰਨੇ ਨਵਾਂ ਬੇੜਾ ਪਾ ਲਿਆ, ਕਿੰਨੇ ਨਵੇਂ ਜਹਾਜ਼ਾਂ ਦੀ ਨਵੀਂ ਟੈਕਨੋਲੋਜੀ ਇੰਟਰੋਡਿਊਸ ਹੋ ਗਈ। ਸੋ ਇਹ ਸਭ ਕੁਝ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆ। ਔਰ ਸਮਰ ਦਾ ਹੌਲੀਡੇਇੰਗ ਨਾਲ ਬਹੁਤ ਖਾਸ ਸੰਬੰਧ ਹੈ ਬਿਕੋਜ਼ ਜਦੋਂ ਅਸੀਂ ਵੈਸਟਰਨ ਵਰਲਡ ਦੀ ਗੱਲ ਕਰਦੇ ਹਾਂ, ਵੈਸਟਰਨ ਵਰਲਡ ਬਹੁਤ ਸਾਰਾ ਠੰਡੇ ਮੁਲਕ ਨੇ ਔਰ ਸਾਰੇ ਪਾਸੇ ਤਕਰੀਬਨ ਲਾਈਕ ਜੰਮੇ ਹੋਏ ਮੁਲਕ ਨੇ। ਸੋ ਫਰੋਜ਼ਨ ਜਦੋਂ ਲਾਈਕ ਪੂਰੀ ਦੁਨੀਆ ਫਰੋਜ਼ਨ ਹੈ ਉਦੋਂ ਸੈਰ ਸਪਾਟਾ ਨਹੀਂ ਹੁੰਦਾ। ਹਾਂ ਹੁਣ ਦੇ ਸਮੇਂ ਵਿੱਚ ਤੁਸੀਂ ਕ੍ਰਿਸਮਸ ਮਨਾਉਣ ਵੀ ਬਰਫ਼ ਵਿੱਚ ਜਾਂਦੇ ਹੋ, ਬਟ ਜਿਹੜਾ ਇਵੈਂਚੁਅਲੀ ਜਿਹੜਾ ਟੂਰਿਜ਼ਮ ਆ ਉਹ ਬੇਸਿਕਲੀ ਖੁੱਲੀ ਹਵਾ ਦੇ ਵਿੱਚ ਸਾਹ ਲੈਣ ਨੂੰ, ਸੋ ਤੁਸੀਂ ਲਾਈਕ ਸਨ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ। ਬਿਲਕੁਲ ਸਰ। ਪੂਰੀ ਦੁਨੀਆ ਦੇ ਟੂਰਿਜ਼ਮ ਬੋਰਡਸ, ਜਿੰਨੀਆਂ ਸਰਕਾਰੀ ਏਜੰਸੀਜ਼ ਨੇ, ਜਿੱਦਾਂ ਇੰਡੀਆ ਦਾ ਇਨਕ੍ਰੈਡੀਬਲ ਇੰਡੀਆ ਕਰਕੇ ਕੈਂਪੇਨ ਚੱਲਦਾ ਪੂਰੇ ਵੈਸਟ ਵਿੱਚ, ਤੁਸੀਂ ਵੇਖੋਗੇ ਤਾਂ ਇਨਕ੍ਰੈਡੀਬਲ ਇੰਡੀਆ ਖਾਸ ਕਰਕੇ ਮਲੇਸ਼ੀਆ, ਟਰੂਲੀ ਏਸ਼ੀਆ, ਰਾਈਟ। ਸੋ ਹਰ ਕੰਟਰੀ ਦਾ ਇੱਕ ਕੋਈ ਨਾ ਕੋਈ ਸਲੋਗਨ ਚੱਲਦਾ, ਇਹ ਟੂਰਿਜ਼ਮ ਬੋਰਡਸ ਨੇ। ਸੋ ਟੂਰਿਜ਼ਮ ਬੋਰਡਸ ਦੀ ਅਗਰ ਐਡਵਰਟਾਈਜ਼ਮੈਂਟ ਵੇਖੋਗੇ ਤਾਂ ਉਹਦੇ ਵਿੱਚ ਇੱਕ ਖਾਸ ਕਰਕੇ ਲਿਖਿਆ ਹੁੰਦਾ ਕਿ ਇੱਕ ਸਾਲ 'ਚ ਸਾਡੇ ਕੋਲ ਸੰਨੀ ਡੇਜ਼ ਕਿੰਨੇ ਨੇ। ਸੋ ਕਿੰਨੇ ਦਿਨ ਸਾਡੇ ਕੋਲ ਧੁੱਪ ਨਿਕਲਦੀ ਹੈ, ਜਿੱਦਾਂ ਸਾਡੇ ਕੋਲ 365 ਦਿਨ ਸਨਸ਼ਾਈਨ ਹੈ ਇੰਡੀਆ ਦੇ ਵਿੱਚ। ਸੋ ਔਰ ਇੰਡੀਆ 'ਚ ਬਹੁਤ ਸਾਰੀ ਡਾਈਵਰਸਿਟੀ ਮੌਸਮ ਦੀ, ਸੋ ਪੂਰੀ ਦੁਨੀਆ 'ਚ ਇਸ ਤਰੀਕੇ ਨਾਲ ਨਹੀਂ ਹੁੰਦਾ। ਔਰ ਸਮਰ ਇੱਕ ਫੁੱਲ ਐਕਟੀਵਿਟੀ ਵਾਲਾ ਮੰਥ ਆ, ਸਮਰ ਦੇ ਵਿੱਚ ਹੌਲੀਡੇਜ਼ ਹੁੰਦੀਆਂ ਨੇ। ਸੋ ਇਸ ਕਰਕੇ ਜਦੋਂ ਟੂਰਿਜ਼ਮ ਆਪਣੇ ਸਿਖਰ ਤੇ ਹੁੰਦਾ ਸਮਰ ਦਾ ਸਮਾਂ ਹੁੰਦਾ ਹੈ। ਔਰ ਜਦੋਂ ਅੰਬੈਸੀ ਦਾ ਕੋਟਾ ਸਭ ਤੋਂ ਵੱਧ ਕੰਜ਼ਿਊਮ ਕੀਤਾ ਜਾਂਦਾ ਉਹ ਸਮਰ ਦੇ ਵਿੱਚ ਹੁੰਦਾ ਆ। ਔਰ ਸਮਰ ਦੇ ਅਸੀਂ ਬਿਲਕੁਲ ਬੂਹੇ ਤੇ ਖੜੇ ਆ। ਸੋ ਤੁਹਾਡੀਆਂ ਐਪਲੀਕੇਸ਼ਨਸ ਅਗਰ ਵੀਜ਼ਾ ਨੂੰ ਲਾਉਣ ਵਾਲਾ ਸਮਾਂ ਅਗਰ ਲੱਭਦੇ ਹੋ ਤੇ ਉਹ ਹੋਣ ਵਾਲਾ ਸਮਾਂ ਆ। ਸੋ ਅਗਰ ਤੁਸੀਂ ਹੋਣ ਵਾਲੇ ਸਮੇਂ ਦੇ ਵਿੱਚ, ਇਹ ਆਲਮੋਸਟ ਅਕਤੂਬਰ ਤੱਕ ਸਮਾਂ ਸਟ੍ਰੈਚ ਹੋ ਕੇ ਚੱਲ ਜਾਂਦਾ, ਸੈਪਟੰਬਰ ਤੱਕ ਮਤਲਬ ਹੈ ਹੀ ਹੈ। ਸੋ ਇਹ ਵਾਲਾ ਜਿਹੜਾ ਪੀਰੀਅਡ ਤੁਹਾਡੇ ਕੋਲ ਆਲਮੋਸਟ ਆ ਜਿਹੜੇ 6 ਮਹੀਨੇ ਨੇ, ਇਹ ਟੂਰਿਜ਼ਮ ਦੇ ਲਿਹਾਜ਼ ਤੋਂ, ਵੀਜ਼ਾਸ ਦੇ ਲਿਹਾਜ਼ ਤੋਂ, ਐਪਲੀਕੇਸ਼ਨਸ ਅੰਬੈਸੀ ਲਾਉਣ ਦੇ ਲਿਹਾਜ਼ ਤੋਂ, ਹਰ ਪਾਸਿਓਂ ਵੇਖੋ ਤਾਂ ਇਹ ਸਭ ਤੋਂ ਉੱਤਮ ਸਮਾਂ ਹੈ। ਓਕੇ, ਇਸ ਕਰਕੇ ਸਮਰਸ ਦੇ ਵਿੱਚ ਤੁਸੀਂ ਕਹਿੰਦੇ ਬੈਸਟ ਪੀਰੀਅਡ ਹੈ ਬਿਲਕੁਲ ਕਿ ਅਸੀਂ ਸਨੀ ਡੇ ਹੈ, ਸਨਸ਼ਾਈਨ ਹੈ, ਤਾਂ ਉਸ ਵਕਤ ਅਸੀਂ ਇੰਜੋਏ ਕਰ ਸਕਦੇ ਹਾਂ ਜੀ। ਸੋ ਇੰਜੋਇਮੈਂਟ ਦੀ ਤਾਂ ਗੱਲ ਹੋ ਗਈ ਕਿ ਨਾਲ ਸਟੱਡੀ ਹੋ ਗਈ, ਨਾਲ ਟੂਰਿਜ਼ਮ ਦੀ ਹੋ ਗਈ। ਹੁਣ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਪਿੱਛੇ ਜੇ ਨਿਊਜ਼ ਸੀ ਕਿ ਯੂਨੀਵਰਸਿਟੀਜ਼ ਬੰਦ ਹੋ ਗਈਆਂ ਨੇ, ਕਾਲਜਸ ਬੰਦ ਹੋ ਗਈਆਂ ਨੇ, ਸਟੂਡੈਂਟਸ ਬਹੁਤ ਜ਼ਿਆਦਾ ਸਫਰ ਕਰ ਰਹੇ ਨੇ। ਔਰ ਇਹ ਵੀ ਨਿਊਜ਼ ਆਈ ਕਿ ਕਈ ਵਾਰ ਫੇਕ ਯੂਨੀਵਰਸਿਟੀਜ਼ ਹੁੰਦੀਆਂ ਨੇ ਔਰ ਤੁਹਾਨੂੰ ਬਾਅਦ ਵਿੱਚ ਪਤਾ ਲੱਗਦਾ ਜਦੋਂ ਤੁਸੀਂ ਪੈਸੇ ਦੇ ਚੁੱਕੇ ਹੁੰਦੇ ਹੋ ਤੁਹਾਡਾ ਨੁਕਸਾਨ ਹੁੰਦਾ। ਇਸ ਵਕਤ ਉਹ ਸਟੂਡੈਂਟਸ ਜਿਹੜੇ ਨੇ ਧਰਨਾ ਵੀ ਦਿੱਤਾ ਹੋਇਆ, ਐਕਚੁਅਲੀ ਉਹਨਾਂ ਦੀ ਡਿਮਾਂਡ ਹੈ ਕਿੰਨੇ ਲੱਖਾਂ ਕਰੋੜਾਂ ਦਾ ਪ੍ਰੋਜੈਕਟ ਫਲॉप ਹੋ ਚੁੱਕਾ ਇਸ ਵਕਤ। ਸੋ ਇਹ ਕੰਡੀਸ਼ਨਸ ਜਿਹੜੀਆਂ ਸਟੱਡੀ ਵਾਸਤੇ ਜਾਣਾ ਚਾਹੁੰਦੇ ਨੇ, ਫੇਕ ਸਟੂਡੈਂਟਸ, ਫੇਕ ਯੂਨੀਵਰਸਿਟੀਜ਼ ਹੁੰਦੀਆਂ ਨੇ, ਸਟੂਡੈਂਟਸ ਨੂੰ ਸਫਰ ਕਰਨਾ ਪੈਂਦਾ ਤੇ ਉੱਥੋਂ ਦੀਆਂ ਗਵਰਨਮੈਂਟਸ ਦਾ ਕੋਈ ਚੈੱਕ ਨਹੀਂ ਹੈ, ਕੋਈ ਕੰਟਰੋਲ ਨਹੀਂ ਹੈ। ਬੇਸਿਕਲੀ ਇਹ ਜਿਹੜਾ ਕਿਊਬੈਕ ਇੱਕ ਸੂਬਾ ਆ, ਜਿਹੜਾ ਅਸੀਂ ਅਗਰ ਕੈਨੇਡਾ ਦੀ ਗੱਲ ਕਰੀਏ, ਕਿਊਬੈਕ ਦੇ ਵਿੱਚ ਜਿਹੜੇ ਸਟੇਟ ਦੇ ਸੋਵਰਨ ਰਾਈਟਸ ਉਹ ਜ਼ਿਆਦਾ ਨੇ ਬਾਕੀ ਸਭ ਦੇ ਕੋਲੋਂ, ਪੂਰੇ ਰੈਸਟ ਆਫ ਕੈਨੇਡਾ ਦੇ ਵਿੱਚੋਂ। ਔਰ ਉੱਥੇ ਪ੍ਰਾਈਵੇਟ ਕਾਲਜਸ ਦੀ ਬਹੁਤ ਜ਼ਿਆਦਾ ਸ਼ੁਮਾਰ ਲਿਸਟ ਜਿਹੜੀ ਜ਼ਿਆਦਾ ਵੱਡੀ ਹੋ ਗਈ ਬਿਕੋਜ਼ ਵਰਕਿੰਗ ਰਾਈਟ ਸੀਗੇ। ਸੋ ਸਟੂਡੈਂਟਸ ਦੀ ਧੜ ਮਤਲਬ ਉੱਥੇ ਭਰਤੀ ਹੋਣੀ ਸ਼ੁਰੂ ਹੋ ਗਈ। ਔਰ ਫਾਈਨਲੀ ਉਹਦੇ 'ਚੋਂ 3 ਕਾਲਜਸ ਨੇ ਬੈਂਕਰਪਸੀ ਪਾਤੀ। ਉਹਦਾ ਵੀ ਕਾਰਨ ਇਹ ਹੈ ਕਿ ਗਵਰਨਮੈਂਟ ਨੇ ਉਹਨਾਂ ਨੂੰ ਸਸਪੈਂਡ ਕਰਤਾ ਕਾਲਜਸ ਨੂੰ, ਔਰ ਉਸ ਤੋਂ ਬਾਅਦ ਉਹ ਕਾਲਜਸ ਨੇ ਕਿਹਾ ਕਿ ਸਾਡੇ ਕੋਲ ਰਿਸੋਰਸਿਸ ਨਹੀਂ ਰਹੇ ਔਰ ਉਹਨਾਂ ਨੇ ਆਪਣੀ ਬੈਂਕਰਪਸੀ ਡਿਕਲੇਅਰ ਕਰਤੀ। ਹੁਣ ਸਟੂਡੈਂਟਸ ਲਗਭਗ 6,500 ਦੇ ਕਰੀਬ ਸਟੂਡੈਂਟਸ ਨੇ ਜਿਹੜੇ ਇਸ ਟਾਈਮ ਸਫਰ ਕਰ ਰਹੇ ਨੇ ਔਰ ਹਰ ਬੱਚੇ ਦੀ ਫੀਸ ਜਿਹੜੀ 10 ਤੋਂ 15,000 ਪਾਉਂਡ ਉੱਥੇ ਫਸੀ ਹੈ। ਸੋ ਯੈਸ ਗਵਰਨਮੈਂਟਸ, ਜਿੱਦਾਂ ਤੁਸੀਂ ਬਹੁਤ ਸਹੀ ਕਿਹਾ ਕਿ ਜਦੋਂ ਵੀ ਕੋਈ ਕਿਸੇ ਮੁਲਕ ਨੂੰ ਅਪਲਾਈ ਕਰਦਾ ਆ, ਸਟੂਡੈਂਟ ਦਾ ਸਭ ਤੋਂ ਵੱਧ ਭਰੋਸਾ ਹੁੰਦਾ ਉਸ ਮੁਲਕ ਦੀ ਜਿਹੜੀ ਐਜੂਕੇਸ਼ਨ ਪਾਲਿਸੀ ਦੇ ਉੱਪਰ। ਬਿਕੋਜ਼ ਕੈਨੇਡਾ ਦੀ ਐਜੂਕੇਸ਼ਨ ਪਾਲਿਸੀ ਚੰਗੀ ਰਹੀ ਆ, ਸਟੂਡੈਂਟਸ ਬਹੁਤ ਖੁਸ਼ ਰਹੇ ਨੇ, PR ਕਾਫੀ ਈਜ਼ੀ ਆ। ਸੋ ਸਟੂਡੈਂਟਸ ਨੇ ਬਹੁਤ ਖੁੱਲ੍ਹੇ ਦਿਲ ਨਾਲ ਕੈਨੇਡਾ ਦਾ ਰੁੱਖ ਕੀਤਾ ਹੈ। ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਸਟੂਡੈਂਟਸ ਦੀ ਜਿਹੜੀ ਗਿਣਤੀ ਹੈ ਉਹ ਕੈਨੇਡਾ ਨੂੰ ਹੀ ਜਾਂਦੀ ਹੈ। ਪੂਰੇ ਇੰਡੀਆ ਦਾ ਜਿਹੜਾ ਕੋਟਾ ਹੈ ਸਭ ਤੋਂ ਵੱਧ ਅਸੀਂ ਕੰਜ਼ਿਊਮ ਕਰਦੇ ਹਾਂ।
ਓਕੇ। ਸੋ ਸਾਡੇ ਸਭ ਤੋਂ ਵੱਧ ਸਾਡੇ ਬੱਚੇ ਸਫਰ ਕਰ ਰਹੇ ਨੇ। ਸੋ ਆਬਵੀਅਸਲੀ ਗਵਰਨਮੈਂਟ ਨੂੰ ਅਕਾਊਂਟ ਫਰੀਜ਼ ਕੀਤੇ ਸੀ ਸ਼ੁਰੂ ਵਿੱਚ ਇਹਨਾਂ ਕਾਲਜਸ ਦੇ, ਬਟ ਬਾਅਦ 'ਚ ਰਿਲੀਜ਼ ਕਰ ਦਿੱਤੇ ਗਏ ਕਿ ਉਹਨਾਂ ਨੂੰ ਆਪਰੇਸ਼ਨ ਕਰਨ ਨੂੰ ਦੇ ਦਿੱਤਾ। ਸੋ ਇਹ ਸਭ ਤੋਂ ਵੱਡੀ ਨਾਕਾਮੀ ਹੈ। ਸੋ ਆਬਵੀਅਸਲੀ ਜਦੋਂ ਤੱਕ ਸਟੂਡੈਂਟ ਦੀ ਫੀਸ ਆ, ਇਹਦੀ ਜ਼ਿੰਮੇਵਾਰੀ ਗਵਰਨਮੈਂਟਸ ਦੇ ਕੋਲ ਰਹਿਣੀ ਚਾਹੀਦੀ ਹੈ, ਬਿਕੋਜ਼ ਜਦੋਂ ਗਵਰਨਮੈਂਟ ਨੇ ਇੱਕ ਕੈਨੇਡਾ ਦੀ ਸਰਕਾਰ ਨੇ ਇੱਕ ਫਾਰਮੂਲਾ ਦਿੱਤਾ ਪਿਆ ਕਿ ਤੁਹਾਡੇ ਕੋਲ DLI ਲਾਇਸੈਂਸ ਹੋਵੇ, ਡੈਜ਼ਿਗਨੇਟਡ ਲਰਨਿੰਗ ਇੰਸਟੀਚਿਊਟ ਦਾ ਲਾਇਸੈਂਸ ਹੋਵੇ, ਉਹ ਇਹਨਾਂ ਸਾਰੇ ਕਾਲਜਾਂ ਕੋਲ ਸੀ। ਸੋ DLI ਅਪਰੂਵਡ ਸੀ। ਸੋ DLI ਅਪਰੂਵਡ ਸਟੂਡੈਂਟ ਜਿਹੜਾ ਉਹੀ ਸਟੂਡੈਂਟ ਬਾਹਰੋਂ ਲਿਆ ਸਕਦਾ ਆ। ਸੋ ਗਵਰਨਮੈਂਟ ਨੇ ਖੁਦ ਲਾਇਸੈਂਸਿੰਗ ਦਿੱਤੀ, ਖੁਦ ਕੈਂਸਲ ਕੀਤੀ, ਔਰ ਬਹੁਤ ਸਾਰੇ ਬੱਚਿਆਂ ਦੇ ਜਿਹੜੇ ਭਵਿੱਖ ਦੇ ਉੱਪਰ ਸਵਾਲੀਆ ਨਿਸ਼ਾਨ ਜਿਹੜਾ ਛੱਡ ਦਿੱਤਾ ਹੈ। ਸੋ ਗਵਰਨਮੈਂਟਸ ਨੂੰ ਰਿਪੇਅਰ ਕਰਨੀ ਪਊਗੀ, ਬਿਕੋਜ਼ ਸਟੂਡੈਂਟਸ ਧਰਨੇ ਇਸੇ ਤਰੀਕੇ ਨਾਲ ਚੱਲੀ ਜਾਣਗੇ। ਬਿਕੋਜ਼ ਜਦੋਂ ਵੀ ਕੋਈ ਅਪਲਾਈ ਕਰਦਾ ਆ, ਉਹ ਜਿੱਦਾਂ ਚੜ੍ਹਦੇ ਸੂਰਜ ਨੂੰ ਸਲਾਮਾਂ ਹੈ, ਜਦੋਂ ਲਗਾਤਾਰ ਇੱਕ ਪਾਸੇ ਸਟੂਡੈਂਟ ਜਾ ਰਹੇ ਨੇ ਤੇ ਸਟੂਡੈਂਟਸ ਨਵੀਆਂ ਐਡਮਿਸ਼ਨਸ ਵੀ ਤਾਂ ਹੀ ਲੈ ਰਹੇ ਆ। ਸੋ ਆਬਵੀਅਸਲੀ ਗਵਰਨਮੈਂਟ ਨੂੰ ਇਹਦੇ 'ਚ ਫਰਦਰ ਇੰਟਰਫੀਅਰ ਕਰਨਾ ਪਊਗਾ। ਹਾਲਾਂਕਿ ਕੈਨੇਡਾ ਦੇ ਇਤਿਹਾਸ ਵਿੱਚ ਇਦਾਂ ਦਾ ਹੋਇਆ ਨਹੀਂ ਕਦੀ ਵੀ, ਜਿੰਨੇ ਕੁ ਸਾਲ, ਮੈਨੂੰ 22 ਸਾਲ ਹੋ ਗਏ ਇਸ ਇੰਡਸਟਰੀ ਦੇ ਵਿੱਚ, ਕਿ ਕਦੀ ਕਿਸੇ ਕਾਲਜ ਦੇ ਵਿੱਚ ਸਟੂਡੈਂਟਸ ਦੀਆਂ ਫੀਸਾਂ ਸਟਰੱਕ ਰਹੀਆਂ ਹੋਣ। ਇਹ ਆਲਮੋਸਟ ਪਹਿਲਾ ਮੌਕਾ ਆ। ਇਸ ਤੋਂ ਪਹਿਲਾਂ ਇੱਕ ਵਾਰੀ ਇਹੀ ਕਾਰਨਾਮਾ ਇੰਗਲੈਂਡ ਦੇ ਵਿੱਚ ਵੀ ਹੋ ਚੁੱਕਾ ਹੈ 2010 ਦੇ ਵਿੱਚ। ਉਦੋਂ ਬਹੁਤ ਸਾਰੇ ਪ੍ਰਾਈਵੇਟ ਕਾਲਜਸ ਬੰਦ ਹੋਏ, ਉਦੋਂ ਬੈਂਕਰਪਸੀ ਪਾਈਆਂ, ਔਰ ਉਹ ਤਕਰੀਬਨ ਸਰਕਾਰ ਦੀ ਮਿਲੀ ਭੁਗਤ ਸੀ। ਬਿਕੋਜ਼ ਸਟੈਟਫੋਰਡ ਓਲੰਪਿਕਸ ਹੋਣੀਆਂ ਸੀ, ਬਹੁਤ ਸਾਰੇ ਫੰਡ ਚਾਹੀਦੇ ਸੀ, ਫਾਈਨਾਂਸ ਚਾਹੀਦੇ ਸੀ, ਸਟੂਡੈਂਟਸ ਨੂੰ ਲਿਓਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਹਰ ਇੰਸਟੀਟਿਊਸ਼ਨ ਦੇ ਦਰਵਾਜ਼ੇ ਖੋਲ੍ਹ ਦਿੱਤੇ, ਪਬਲਿਕ ਪ੍ਰਾਈਵੇਟ। ਜਿੱਦਾਂ ਹੁਣ ਵੀ ਇੰਗਲੈਂਡ ਬਹੁਤ ਵਧੀਆ ਚੱਲ ਰਿਹਾ, ਪਰ ਇੰਗਲੈਂਡ ਦੇ ਵਿੱਚ ਹੁਣ ਸਿਰਫ ਪਬਲਿਕ ਯੂਨੀਵਰਸਿਟੀ ਸਟੂਡੈਂਟ ਜਾਂਦਾ ਆ। ਸੋ ਹੁਣ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਬੋਲਬਾਲਾ ਹੈ ਨਹੀਂ। ਸੋ ਇੰਗਲੈਂਡ ਨੇ ਉਸ ਸਮੇਂ ਤੋਂ ਸਬਕ ਲਿਆ ਆ। ਸੇਮ ਆਸਟ੍ਰੇਲੀਆ ਦੇ ਵਿੱਚ ਇੱਕ ਵਾਰੀ ਹਾਦਸਾ ਵਾਪਰ ਚੁੱਕਾ। ਆਸਟ੍ਰੇਲੀਆ ਦੇ ਵਿੱਚ ਵੀ ਕਾਲਜਸ ਬੰਦ ਹੋਏ, ਬਟ ਉੱਥੇ ਉਹ ਸਾਰੇ ਇੰਸ਼ੋਰਡ ਸੀ ਸਟੂਡੈਂਟ ਦਾ, ਜਿਹੜੀ ਫੀਸ ਸੀਗੀ, ਤੇ ਉਹ ਸਾਰੀ ਇੰਸ਼ੋਰੈਂਸ ਕੰਪਨੀ ਨੇ ਰੀਫੰਡ ਕੀਤਾ ਆ। ਸੋ ਹੁਣ ਕੈਨੇਡਾ ਕਿਸ ਪਾਸੇ ਨੂੰ ਵੇਖੇਗਾ? ਬਿਕੋਜ਼ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਇਸ ਟਾਈਮ ਬਹੁਤ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਆ। ਤੁਸੀਂ ਵੇਖਿਆ ਕੈਨੇਡਾ ਵਿੱਚ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਵੀ ਚੇਂਜ ਕੀਤਾ ਗਿਆ। ਸੋ ਫਰਦਰ ਕੈਨੇਡਾ ਦੇ ਵਿੱਚ 18 ਲੱਖ ਪੈਂਡਿੰਗ ਐਪਲੀਕੇਸ਼ਨਸ ਪਈਆਂ ਸੀ। ਸੋ ਉਹ ਮਤਲਬ ਅੱਜ ਤੱਕ ਦਾ ਸਭ ਤੋਂ ਵੱਡਾ ਬੈਕਲੌਗ ਸੀਗਾ ਇਹਨਾਂ ਦਾ। ਸੋ $85 ਮਿਲੀਅਨ ਦੀ ਫੰਡਿੰਗ ਕੀਤੀ ਗਈ ਉਸ ਬੈਕਲੌਗ ਨੂੰ ਨਿਪਟਾਉਣ ਲਈ। 500 ਨਵੇਂ ਇੰਪਲੋਈਜ਼ ਭਰਤੀ ਕੀਤੇ ਗਏ ਕੈਨੇਡੀਅਨ ਜਿਹੜੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ। ਸੋ ਕੈਨੇਡਾ, ਮੈਨੂੰ ਉਮੀਦ ਹੈ ਕਿ ਕੈਨੇਡਾ ਦੀ ਜਿਹੜੀ ਆਪਣੀ ਕ੍ਰੈਡੀਬਿਲਿਟੀ ਆ, ਕੈਨੇਡਾ ਉਹਨੂੰ ਏਡੀ ਜਲਦੀ ਗਵਾਊਗਾ ਨਹੀਂ। ਬਿਕੋਜ਼ ਕੈਨੇਡਾ ਨੇ ਇੱਕ ਐਜੂਕੇਸ਼ਨ ਡੈਸਟੀਨੇਸ਼ਨ ਜਿੱਦਾਂ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆ, ਉਹ ਬਹੁਤ ਜਲਦੀ ਇਸ ਨੂੰ ਗਵਾਉਣ ਵਾਲਾ ਨਹੀਂ ਹੈਗਾ। ਬਟ ਫਿਰ ਵੀ ਬਿਕੋਜ਼ ਫਾਈਨਾਂਸ ਵਾਲਾ ਮਸਲਾ ਜੁੜਿਆ, ਔਰ ਪੈਸੇ ਦਾ ਕੰਮ ਪੈਸਾ ਹੀ ਕਰਦਾ, ਗੱਲਾਂ ਨਹੀਂ ਕਰਦੀਆਂ। ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੇਖਣਾ ਪਏਗਾ ਕਿ ਹੁਣ ਕੈਨੇਡੀਅਨ ਸਰਕਾਰ ਇਹਦੇ ਉੱਪਰ ਕੀ ਰੁੱਖ ਲੈਂਦੀ ਹੈ। ਬਟ ਸਟੂਡੈਂਟਸ ਤਦ ਤੱਕ ਸੈਟਲ ਨਹੀਂ ਹੋਣਗੇ ਜਦ ਤੱਕ ਉਹਨਾਂ ਦੇ ਪੈਸੇ ਵਾਪਸ ਨਹੀਂ ਆ ਜਾਂਦੇ। ਮਤਲਬ ਰਿਵਾਈਵ ਕਰ ਰਹੇ ਨੇ ਆਪਣੇ ਆਪ ਨੂੰ, ਬਹੁਤ ਵਧੀਆ ਹੈ ਇਹ ਗੱਲ। ਤੇ ਇੱਕ ਹੋਰ ਵੀ ਨਿਊਜ਼ ਹੈ ਕਿ ਰਸ਼ੀਆ ਔਰ ਯੂਕਰੇਨ ਦੇ ਵਿੱਚ ਜੋ ਇਸ ਵਕਤ ਤਣਾਅ ਬਣਿਆ ਹੋਇਆ, ਤਾਂ 에ਅਰ ਇੰਡੀਆ ਦੀਆਂ ਫਲਾਈਟਸ ਜਾ ਰਹੀਆਂ ਨੇ ਜੋ ਰਸ਼ੀਆ ਦੇ ਵਿੱਚ ਸਾਡੇ ਸਟੂਡੈਂਟਸ ਫਸੇ ਹੋਏ ਨੇ ਉਸ ਇਲਾਕੇ ਦੇ ਵਿੱਚ, ਯੂਕਰੇਨ ਦੇ ਵਿੱਚ, ਔਰ ਨਾਲ ਜਿਹੜੇ ਉੱਥੇ ਵਰਕਰਸ ਵੀ ਨੇ ਇੰਡੀਆ ਦੇ, ਉਹਨਾਂ ਨੂੰ ਵਾਪਸ ਜਾਣ ਵਾਸਤੇ ਫਿਲਹਾਲ 3 ਫਲਾਈਟਸ 에ਅਰ ਇੰਡੀਆ ਦੇ ਸ਼ੈਡਿਊਲ ਹੋਈਆਂ ਨੇ। ਹਾਲਾਂਕਿ 2 ਐਕਸਟਰਾ ਦਾ ਵੀ ਇੰਤਜ਼ਾਮ ਹੋ ਚੁੱਕਾ ਕਿ ਅਸੀਂ ਇਹ ਫਲਾਈਟਸ ਦੇ ਨਾਲ ਉਹਨਾਂ ਨੂੰ ਬਾਹਰ ਕੱਢਣਾ ਹੈ ਉੱਥੋਂ। ਸੋ ਇਹ ਸਾਰੀ ਕੀ ਸਥਿਤੀ ਬਣੀ ਹੋਈ ਹੈ? ਬੇਸਿਕਲੀ ਇਹ ਇੱਕ ਬਹੁਤ ਹਾਸੋਹੀਣੀ ਗੱਲ, ਜਾਂ ਇਹ ਮਤਲਬ ਬਹੁਤ ਜ਼ਿਆਦਾ ਚਿੰਤਾ ਵਾਲੀ ਗੱਲ ਆ। ਇਹ ਦੋਨੋਂ ਇਹਨੂੰ ਮੰਨ ਸਕਦੇ ਹੋ। ਕਾਰਨ ਕੀ ਆ ਕਿ ਜਦ ਤੱਕ ਪੰਜਾਬੀ ਮੈਪ 'ਤੇ ਟਰੈਵਲ ਕਰਦੇ ਰਹਿਣਗੇ ਨਾ, ਤਦ ਤੱਕ ਦਿੱਕਤਾਂ ਰਹਿਣਗੀਆਂ। ਸੋ ਜਦ ਤੱਕ ਏਜੰਟ ਨੇ ਮੈਪ ਦਿਖਾਤਾ ਕਿ ਇਹ ਦੇਖੋ ਆਹ ਮੁਲਕ ਚੱਲਿਓ, ਇਹਦੇ ਨਾਲ ਦਾ ਆਹ ਲੱਗਦਾ, ਇੱਥੋਂ ਇੱਥੇ ਨਿਕਲ ਜਾਣਾ, ਇੱਥੋਂ ਇੱਥੇ ਚੱਲ ਜਾਣਾ। ਸੋ ਪਹਿਲੀ ਗੱਲ, ਯੂਕਰੇਨ 'ਚ ਸਟੂਡੈਂਟਸ ਲੈਣ ਕੀ ਗਏ? ਸੋ ਯੂਕਰੇਨ ਦੇ ਵਿੱਚ ਕੋਈ ਫਿਊਚਰ ਨਹੀਂ ਹੈਗਾ ਸਟੂਡੈਂਟਸ ਦਾ। ਯੂਕਰੇਨ ਦੇ ਵਿੱਚ ਸਟੂਡੈਂਟਸ ਜਿਹੜੇ ਗਏ ਨੇ, ਉਹ ਇਸ ਭੁਲੇਖੇ 'ਚ ਗਏ ਆ ਕਿ ਉੱਥੋਂ ਅਸੀਂ ਕਿਸੇ ਨਾ ਕਿਸੇ ਸ਼ੈਂਗਨ ਕੰਟਰੀ ਨੂੰ ਨਿਕਲ ਲਵਾਂਗੇ। ਸੋ ਯੂਕਰੇਨ ਦੇ ਵਿੱਚ ਫੀਸ ਬਹੁਤ ਘੱਟ ਸੀ। ਸੋ ਸਟੂਡੈਂਟਸ ਨੇ ਮੈਪ ਦੇ ਉੱਪਰ ਵੇਖਿਆ, ਏਜੰਟਸ ਨੇ ਮੈਪ ਦੇ ਉੱਪਰ ਵਿਖਾਏ ਕਿ ਆਹ ਮੁਲਕ ਨਾਲ ਲੱਗਦੇ ਨੇ, ਸ਼ੈਂਗਨ 3 ਕੰਟਰੀਜ਼ ਨਾਲ ਲੱਗਦੇ ਆ। ਔਰ ਸਟੂਡੈਂਟਸ ਨੇ ਵੀ ਲੱਗਿਆ ਕਿ ਸ਼ਾਇਦ ਬਹੁਤ ਈਜ਼ੀ ਆ, ਔਰ ਇਸੇ ਝਾਸੇ ਜਾ ਕੇ ਸਾਰੇ ਸਟੂਡੈਂਟਸ ਉੱਥੇ ਸਟਰੱਕ ਨੇ। ਸੋ ਜਿੱਦਾਂ ਮਤਲਬ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਤੁਸੀਂ ਇੱਥੇ ਇਮੀਗ੍ਰੇਸ਼ਨ ਨਿਊਜ਼ ਨੂੰ ਇਸ ਚੈਨਲ ਦੇ ਉੱਪਰ ਬਹੁਤ ਮਤਲਬ ਚੰਗਾ ਕਹਿ ਲਓ ਕਿ ਰੋਲ ਇੱਥੇ ਤੇ ਤੁਸੀਂ ਅਦਾ ਕਰਦੇ ਹੋ, ਕਿ ਤੁਸੀਂ ਜਿੰਨੇ ਵਿਊਅਰਸ ਉਹਨਾਂ ਨੂੰ ਲਗਾਤਾਰ ਜਾਗਰੂਕ ਕਰਦੇ ਹੋ। ਤੁਸੀਂ ਆਪਣੇ ਚੈਨਲ ਤੋਂ ਹਰ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਪਾਲਿਸੀ, ਚੰਗਾ ਮਾੜਾ ਸਭ ਚੀਜ਼ਾਂ ਦੱਸਦੇ ਹੋ। ਸੋ ਇਹ ਸਾਡੇ ਸਟੂਡੈਂਟਸ ਲਈ ਬਹੁਤ ਲੋੜ ਵਾਲੀ ਗੱਲ ਹੈ। ਸੋ ਜਦ ਤੱਕ ਉਹ ਇਹੋ ਜਿਹੀਆਂ ਅਪਡੇਟਸ ਨਹੀਂ ਲੈਣਗੇ, ਉਹ ਸਟੂਡੈਂਟਸ ਇਸੇ ਤਰ੍ਹਾਂ ਦੇ ਧੋਖੇਧੜੀ ਦੇ ਸ਼ਿਕਾਰ ਹੁੰਦੇ ਰਹਿਣਗੇ। ਇੱਦਾਂ ਦਾ ਮਾਮਲਾ ਜਿਹੜਾ ਯੂਕਰੇਨ ਦੇ ਵਿੱਚ ਚੱਲ ਰਿਹਾ, ਯੂਕਰੇਨ ਦੇ ਵਿੱਚੋਂ ਖੈਰ ਹੁਣ ਗਵਰਨਮੈਂਟਸ ਲੱਗੀਆਂ ਨੇ ਇਵੈਕੂਏਸ਼ਨ ਦੇ ਉੱਪਰ, ਤੇ ਉਹਦੇ ਕਰਨਗੇ ਕਿਸੇ ਨਾ ਕਿਸੇ ਤਰੀਕੇ ਨਾਲ। ਬਟ ਯੂਕਰੇਨ ਜਾਣ ਵਾਲੇ ਸਟੂਡੈਂਟਸ ਦਾ ਕੋਈ ਫਿਊਚਰ ਨਹੀਂ ਹੈਗਾ, ਔਰ ਨਾ ਹੀ ਉੱਥੇ ਕੋਈ ਜਾਣਾ ਚਾਹੀਦਾ, ਨਾ ਹੀ ਉੱਥੇ ਕੋਈ ਕੰਮਕਾਰ ਇੱਦਾਂ ਦੇ ਹੈਗੇ ਕਿ ਜਿੱਥੇ ਜਾ ਕੇ ਸਟੂਡੈਂਟਸ ਇੱਥੋਂ ਜਿਹੜੇ ਲੱਖਾਂ ਰੁਪਏ ਲਾ ਕੇ ਇਹ ਸੁਪਨਾ ਬੁਣ ਕੇ ਜਾਂਦਾ ਕਿ ਮੈਂ ਉੱਥੇ ਜਾ ਕੇ ਪੈਸੇ ਕਮਾ ਕੇ ਤੇ ਘਰਦਿਆਂ ਦਾ ਕਰਜ਼ਾ ਲਾ ਲੂੰ ਜਾਂ ਕੋਈ ਸੌਖਾ ਕਰ ਲੂੰ। ਇੱਦਾਂ ਦਾ ਕੁਝ ਨਹੀਂ ਹੈਗਾ ਉੱਥੇ। ਸੇਮ ਇਸੇ ਤਰੀਕੇ ਦਾ ਇੱਕ ਮੁਲਕ ਮਸ਼ਹੂਰ ਹੋਇਆ ਸੀ ਅੱਜ ਤੋਂ 5-7 ਸਾਲ ਪਹਿਲਾਂ,
ਜਾਰਜੀਆ ਜਾਰਜੀਆ ਸਟੂਡੈਂਟ ਸਿਰਫ ਨਾਮ ਸੁਣਦੇ ਸੀ ਜਾਰਜੀਆ ਔਰ ਮਤਲਬ ਇੱਕਦਮ ਰੁੱਖ ਕਰ ਲੈਂਦੇ ਸੀ। ਉਹ ਵੀ ਬਿਲਕੁਲ ਰਸ਼ੀਆ ਦੇ ਥੱਲੇ ਆ ਜਾਰਜੀਆ, ਔਰ ਜਾਰਜੀਆ ਨੈਟ ਤੇ ਚੈੱਕ ਕਰਦੇ ਸੀ ਤੇ ਜਾਰਜੀਆ ਅਮਰੀਕਾ ਦਾ ਇੱਕ ਸਟੇਟ ਦਿਸਦੀ ਹੈ। ਓਕੇ। ਸੋ ਉਸ ਜਾਰਜੀਆ ਜਿਹੜਾ ਕੰਟਰੀ ਹੈ ਉਹ ਥੱਲੇ ਅਜ਼ਰਬਾਈਜਾਨ ਹੈ, ਉਸ ਤੋਂ ਥੱਲੇ ਅਗਰ ਤੁਸੀਂ ਮੈਪ ਤੇ ਵੀ ਵੇਖੋਗੇ ਇੱਕ ਪਾਸੇ ਬਲੈਕ ਸੀ ਆ ਔਰ ਉਹ ਸਾਰੇ ਜਿੰਨੇ ਅਰਬ ਕੰਟਰੀਜ਼ ਤੋਂ ਹੋ ਕੇ ਐਂਡ ਟਰਕੀ ਵਾਲਾ ਰਸਤਾ ਉੱਤੇ ਉੱਪਰ ਦਿਸਦਾ ਆ। ਸੋ ਅਗਰ ਧਿਆਨ ਨਾਲ ਸਟੂਡੈਂਟਸ ਉਸ ਜਾਰਜੀਆ ਵਾਲੇ ਕੰਟਰੀ ਨੂੰ ਮੈਪ ਤੇ ਹੀ ਦੇਖ ਲੈਂਦੇ ਤਾਂ ਸ਼ਾਇਦ ਉਦੋਂ ਵੀ ਇਸ ਸਭ ਫਰਾਡਸ ਦਾ ਜਾਂ ਇਹ ਸਭ ਜਿਹੜੀ ਆ ਗਲਤ ਜਿਸ ਤਰੀਕੇ ਨਾਲ ਪ੍ਰੀਚਿੰਗ ਹੋਈ ਆ ਉਹਦਾ ਸ਼ਿਕਾਰ ਨਹੀਂ ਬਣਦੇ। ਓਕੇ। ਔਰ ਇਹਨਾਂ ਮੁਲਕਾਂ ਦੇ ਵਿੱਚ ਭੇਜਣ ਵਾਲੇ ਜਿਹੜੇ ਕੰਸਲਟੈਂਟਸ ਨੇ ਉਹ ਵੀ ਇਸ ਤਰੀਕੇ ਨਾਲ ਨੇ ਕਿ ਬਿਕੋਜ਼ ਇੱਥੇ ਵੀਜ਼ਾਸ ਨੂੰ ਕੋਈ ਦਿੱਕਤ ਨਹੀਂ ਹੁੰਦੀ, ਸੋ ਸਟੂਡੈਂਟ ਨੇ ਅਪਲਾਈ ਕੀਤਾ ਵੀਜ਼ਾ ਆ ਹੀ ਜਾਣਾ ਹੁੰਦਾ ਆ, ਸੋ ਸੌਖੇ ਪੈਸੇ ਬਣਦੇ ਆ। ਸੋ ਆਬਵੀਅਸਲੀ ਸਾਨੂੰ ਜਿੰਨੇ ਵੀ ਇਸ ਕੰਮ ਵਾਲੇ ਲੋਕ ਨੇ, ਸਾਡੇ ਨਾਲ ਦੇ ਲੋਕ ਨੇ, ਉਹਨਾਂ ਨੂੰ ਵੀ ਥੋੜਾ ਜ਼ਿੰਮੇਵਾਰੀ ਤੋਂ ਕੰਮ ਲੈਣਾ ਪਊਗਾ ਕਿ ਜਿੱਥੇ ਜਾ ਕੇ ਸਟੂਡੈਂਟਸ ਦਾ ਬਣਦਾ ਨਹੀਂ ਆ ਕੁਝ, ਉੱਥੇ ਸਟੂਡੈਂਟਸ ਨੂੰ ਭੇਜਣ ਤੋਂ ਗਰੇਜ ਕਰਨ। ਔਰ ਜਿਹੜੇ ਥਾਂ ਤੇ ਸਟੂਡੈਂਟਸ ਐਲੀਜੀਬਲ ਨੇ, ਕੈਪੇਬਲ ਨੇ, ਜਾਂ ਸਟੂਡੈਂਟਸ ਦੀ ਅਡੈਪਟੇਬਿਲਿਟੀ ਹੁੰਦੀ ਹੈ, ਸੋ ਉਹਨਾਂ ਨੂੰ ਅਸੀਂ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਕਹਿੰਦੇ ਹਾਂ। ਸੋ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਦੀ ਭਾਲ ਜ਼ਰੂਰ ਰੱਖੋ ਔਰ ਉਹਨਾਂ ਦੇ ਵਿੱਚ ਇਹ ਚੀਜ਼ਾਂ ਵੇਖੀਆਂ ਜਾਂਦੀਆਂ ਕਿ ਸਟੂਡੈਂਟ ਜਾਵੇ, ਉੱਥੇ ਪੜ੍ਹਾਈ ਹੋਵੇ, ਉੱਥੇ ਜਾ ਕੇ ਪੜ੍ਹਾਈ ਦੇ ਨਾਲ ਕੰਮਕਾਰ ਹੋਵੇ। ਉਸ ਤੋਂ ਬਾਅਦ ਜਿਹੜੀਆਂ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਉਹ ਇਦਾਂ ਦੀਆਂ ਹੋਣ ਕਿ ਉਹਦਾ PR ਤੱਕ ਦਾ ਸਫ਼ਰ ਉਹ ਹੋ ਸਕੇ। ਸੋ ਇਹ ਸਭ ਚੀਜ਼ਾਂ ਜਿਹੜੇ ਮੁਲਕ 'ਚ ਮਿਲਦੀਆਂ ਨੇ ਉਹਨਾਂ ਨੂੰ ਅਸੀਂ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਕਹਿੰਦੇ ਨੇ। ਔਰ ਅਗਰ ਤੁਸੀਂ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਉਂਗਲਾਂ ਤੇ ਗਿਣੇ ਜਾ ਸਕਦੇ ਨੇ, ਕੋਈ ਬਹੁਤ ਜ਼ਿਆਦਾ ਨਹੀਂ ਹੈਗੇ। ਸੋ ਇਹਦੇ ਵਿੱਚ ਤੁਹਾਡੇ ਕੋਲ USA ਆ, ਕੈਨੇਡਾ ਆ, UK ਆ, ਦੈਨ ਤੁਹਾਡੇ ਕੋਲ ਜਰਮਨੀ ਆ, ਦੈਨ ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ। ਇਹ ਉਹ ਮੁਲਕ ਨੇ ਜਿਨ੍ਹਾਂ ਦੇ ਵਿੱਚ ਸੈਟਲਮੈਂਟਸ ਹੋ ਸਕਦੀਆਂ ਨੇ। ਸੋ ਇਸ ਤੋਂ ਬਾਅਦ ਵੀ ਕੁਝ ਕੰਟਰੀਜ਼ ਦੀ ਲਿਸਟ ਹੁੰਦੀ ਹੈ, ਬਟ ਇਹ ਉਹ ਕੰਟਰੀਜ਼ ਆ ਜਿਨ੍ਹਾਂ ਦੇ ਵਿੱਚ ਸੈਟਲਮੈਂਟ ਹੋ ਸਕਦੀ ਹੈ। ਔਰ ਕਈ ਵਾਰੀ ਸਟੂਡੈਂਟਸ ਦੀ ਇਹਨਾਂ ਦੇ ਵਿੱਚ ਵੀ PR ਹੋਣ ਤੋਂ ਦਿੱਕਤ ਰਹਿੰਦੀ ਹੈ। ਸੋ ਅਲਟੀਮੇਟਲੀ ਸਭ ਨੂੰ ਰਿਸਰਚ ਕਰਨ ਦੀ ਲੋੜ ਹੈ, ਸਟੂਡੈਂਟਸ ਨੂੰ, ਪੇਰੈਂਟਸ ਨੂੰ, ਔਰ ਆਫ ਕੋਰਸ ਸਾਡੇ ਟ੍ਰੇਡ ਨੂੰ ਵੀ। ਸੋ ਥੈਂਕ ਯੂ ਸੋ ਮਚ ਕਿ ਤੁਸੀਂ ਇਹ ਕਲੈਰਿਟੀ ਦਿੱਤੀ ਹੈ ਸਾਡੇ ਵਿਊਅਰਸ ਨੂੰ। ਔਰ ਅਸੀਂ ਆਪਣੇ ਵਿਊਅਰਸ ਨੂੰ ਕਹਾਂਗੇ ਕਿ ਹੋਰ ਵੀ ਕਮੈਂਟਸ ਸਾਨੂੰ ਭੇਜੋ ਸਾਡੇ ਇਨਬਾਕਸ ਦੇ ਵਿੱਚ, ਔਰ ਜੋ ਵੀ ਤੁਹਾਡੀਆਂ ਕੁਐਰੀਜ਼ ਨੇ ਸਾਨੂੰ ਪੁੱਛੋ। ਅਰਵਿੰਦਰ ਸਰ ਤੁਹਾਡੀ ਹਰ ਕੁਐਰੀ ਦਾ ਜਵਾਬ ਦੇਣ ਵਾਸਤੇ ਹਰ ਹਫਤੇ ਸਟੂਡੀਓਜ਼ ਦੇ ਵਿੱਚ ਆਉਂਦੇ ਨੇ ਔਰ ਪੰਜਾਬ ਐਬਰੋਡ ਦੇ ਵਿੱਚ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਨੇ। ਥੈਂਕ ਯੂ ਸੋ ਮਚ ਸਰ ਕਿ ਤੁਸੀਂ ਇਸ ਤਰ੍ਹਾਂ ਸੀਰੀਜ਼ ਦੇ ਵਿੱਚ ਸਾਨੂੰ ਬਿਲਕੁਲ ਸਪੋਰਟ ਕਰ ਰਹੇ ਹੋ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਸਰ। ਸਤਿ ਸ਼੍ਰੀ ਅਕਾਲ। ਸੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਪੰਜਾਬ ਐਬਰੋਡ ਦਾ ਹਿੱਸਾ ਬਣਦੇ ਹੋ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ ਜੀ।